ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਬਾਣੀ ਦੀ 19ਵੇਂ ਸਲੋਕ ਅਤੇ 19ਵੀਂ ਅਸ਼ਟਰੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਸਾਥ ਨਾ ਜਾਣ ਚਾਲੇ ਬਿਨ ਭਜਨ, ਵਿਖਿਆ ਸਗਲੀ ਚਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਤਨਸਾਰ ਅਸਦੀ। ਸੰਤ ਜਨਾ ਮਿਲ ਕਰੇ ਵਿਚਾਰ, ਏਕ ਸਿਮਰ ਨਾਮ ਆਧਾਰ। ਅਵਰ ਪਾਪ ਸਭ ਮੀਤ ਵਿਸਾਰੇ, ਚਰਨ ਕਮਲ ਰਿਦ ਮੇਹ ਉਤਾਰੇ। ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਏ ਨਾਮ ਹਰ ਵਤ। ਇਹ ਤਨ ਸੰਚੇ ਹੋਵੇ ਭਗਵੰਤ, ਸੰਚਨਾ ਕਾ ਨਿਰਮਲ ਮੰਤ। ਏਕ ਆਸ ਰਖੋ ਮਨ ਮਾਏ, ਸਰਬ ਰੋਗ ਨਾਨਕ ਮਿਟ ਜਾਏ। ਜਿਸ ਤਨ ਕਿਉ ਚਾਰ ਕੁੰਟ ਉਠਾਵੇ, ਸੋ ਤਨ ਹਰ ਸੇਵਾ ਤੇ ਪਾਵੇ। ਜਿਸ ਸੁਖ ਕੋ ਨਿਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਬਜ ਹਰ ਕੀ ਸਰਨੀ। ਨੇਵ ਉਪਾਵੀ ਰੋਗ ਨ ਜਾਏ, ਰੋਗ ਮਿਟੇ ਹਰ ਔਖਦ ਲਾਏ। ਸਰਬ ਨਿਦਾਨ में हर नाम निदान, जप नानक दरगे परवान। मन प्रबोधे हर के नाए, दह दिसा तावत आवे ठाए। ताको बिघन लागे कोय, जाके हृदय बसे हर सोए। कल ताती ठाडा हर नाओ, सिमर सिमर सदा सुख पाओ। पौ बिन से पूरन होए आस, भगत पाए आत्म प्रगास। तित कर जाए बसे अबनासी, कौ नानक काटी जम फासी। तत विचार कहे जन साचा, जन्म रे सो काचो काचा। आवागमन मिटे प्रभ सेव, आप त्याग शरण गुरुदेव। यों रतन जन्म का होए उधार, हर हर सिमर प्राण आधार। अनेक पावना छूटन हारे, सिमरत शास्त्र वेद विचारे। हर की भगत करो मन लाए, मन बंछत नानक फल पाए। संग न चालस तेरे तना, तू क्या लपटावे मूर्ख मना। सुत मीत कुटुंब अरबिंता, इनते कहे तुम कवन सनाथा। राज रंग माया बेस्तार, इनते कहो कवन छुटकार। अस अस्ति रस्त असवारी, झूठा टंड झूठ पसारी। जिंदी ये तिस बुझे न बगाना, नाम बिसार नानक पछताना। गुर की मातो ले आने, भगत बिना बहु डूबे स्याने। हर की भगत करो मन मीत, निर्मल होए तुम्हारो चीत। चरण कमल रखो मन माए, जन्म जन्म के किल बिख जाए। आप जपो अवरा नाम जपावो, सुत गैत रहत गद पावो। सार पूत सत हर को नाओ, सहस भाए नानक गुण गाओ। गुण गावत तेरी उतरस मैल, बिन सजाए हों में बिक फैल। होए अचिंत बसे सुख नाल, सास ग्रास हर नाम समाल। छाड़ सियानप सगली मना, साध संग पावे जन सच तना। हर पूंजी सच करो बिहार, इहाँ सुख दरगे जयकार। सर्व निरंतर एको देख, कौ नानक जाके मस्तक लेख। एको जप एको सलाह, एक सिमर एको मन माय। एक के गुण गाओ अनंत, मन तन जाप एक भगवंत। एको एक एक हर आप, पूरन पूर्यो प्रभ व्याप। नेक विस्तार एक ते पए, एक आराध पराछत गए। मन तन अंतर एक प्रभ राता, गुर प्रसाद नानक एक जाता। मन तन अंतर एक प्रभ राता, गुर प्रसाद नानक एक जाता। श्लोक। साथ न चाले बिन भजन, सिक्ख्या सगली चार। हर हर नाम कमावना, नानक ਇਹ ਤਨਸਾਰ। ਇਸ ਸ਼ਲੋਕ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਿਨਾਂ ਕੋਈ ਚੀਜ਼ ਵੀ ਮਰਨ ਉਪਰੰਤ ਨਾਲ ਨਹੀਂ ਜਾਂਦੀ ਜੀ। ਸਾਰੀ ਮਾਇਆ ਭਾਵ ਮਾਇਆਵੀ ਸਮੱਗਰੀ, ਸਾਰੇ ਰਿਸ਼ਤੇਦਾਰ ਹਉਮੈ ਸਵਾਹ ਦੇ ਸਮਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਹਰ
ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੀ। ਇਹ ਸਭ ਤੋਂ ਉੱਤਮ ਸ੍ਰੇਸ਼ਟ ਧਨ ਹੈ ਜੀ, ਅਤੇ ਜੋ ਜੀਵ ਦੇ ਲੋਕ ਪਰਲੋਕ ਵਿੱਚ ਨਾਲ ਜਾਣ ਵਾਲਾ ਹੈ ਜੀ। ਅਸ਼ਟਰੀ ਦੇ ਵਿੱਚ ਗੁਰੂ ਜੀ ਦੱਸਦੇ ਹਨ ਕਿ ਗੁਰਮੁਖ ਰੂਪ ਸੰਤ ਜਨਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਗੁਣਾਂ ਬਾਰੇ ਵਿਚਾਰ ਕਰੋ ਜੀ। ਇੱਕੋ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰੋ ਅਤੇ ਉਸ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਜੀ। ਭਾਵ ਗੁਰਬਾਣੀ ਜੋ ਸਾਡੇ ਗੁਰੂਆਂ ਨੇ ਦੱਸੀ ਹੈ, ਜੋ ਸਾਡੀ ਗੁਰਬਾਣੀ ਕਹਿੰਦੀ ਹੈ, ਉਸ ਦੇ ਮੁਤਾਬਕ ਆਪਣਾ ਜੀਵਨ ਬਣਾਉਣਾ ਹੈ ਜੀ। ਅਤੇ ਉਸ ਦੇ ਮੁਤਾਬਕ ਸਾਨੂੰ ਸਾਰੇ ਵਿਕਾਰ ਛੱਡ ਕੇ ਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਸੇਧ ਲੈਣੀ ਚਾਹੀਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਿੱਤਰ, ਹੋਰ ਸਭ ਕੁਛ ਭੁਲਾ ਦਿਓ ਜੀ। ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਿਸ਼ਵਾਸ ਕਰਕੇ ਧਾਰਨ ਕਰੋ ਜੀ। ਉਹ ਪਰਮੇਸ਼ਰ ਕਰਨ ਕਰਾਉਣ ਦੇ ਸਮਰੱਥ ਹੈ ਜੀ। ਇਸ ਲਈ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਵਸਤੂ ਨੂੰ ਦ੍ਰਿੜਤਾ ਪੂਰਵਕ ਗ੍ਰਹਿਣ ਕਰੋ ਜੀ। ਇਸ ਸ਼ਬਦ ਗੁਰਸ਼ਬਦ ਗੁਰਬਾਣੀ ਨਾਮ ਧਨ ਨੂੰ ਇਕੱਠਾ ਕਰੋ ਅਤੇ ਭਾਗਾਂ ਵਾਲੇ ਬਣ ਜਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸੰਤ ਜਨਾਂ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਉਪਦੇਸ਼ ਨਿਰਮਲ ਹੈ ਜੀ। ਆਪਣੇ ਮਨ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦੀ ਆਸ ਰੱਖੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹਾ ਕਰਨ ਨਾਲ ਤੁਹਾਡੇ ਸਾਰੇ ਰੋਗ ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜਗਿਆਸੂ, ਜਿਸ ਧਨ ਲਈ ਤੂੰ ਚੌਹਾਂ ਪਾਸੇ ਉੱਠ ਕੇ ਭੱਜਦਾ ਫਿਰਦਾ ਹੈ ਜੀ, ਉਹ ਧਨ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਨਾਲ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਿੱਤਰ, ਜਿਸ ਸੁੱਖ ਦੀ ਤੂੰ ਨਿਤ ਇੱਛਾ ਕਰਦਾ ਹੈ ਜੀ, ਉਹ ਸੁੱਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਤੇ ਸਾਧ ਸੰਗਤ ਨਾਲ ਮਿਲਿਆ ਪ੍ਰਾਪਤ ਕੀਤਾ ਜਾਂਦਾ ਹੈ ਜੀ। ਅਤੇ ਜਿਸ ਸ਼ੋਭਾ ਲਈ ਤੂੰ ਚੰਗੇ ਕਰਮ ਕਰਦਾ ਹੈ ਜੀ, ਉਹ ਚੰਗਾ ਕਰਮ, ਉਹ ਸ਼ੋਭਾ ਲਈ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਵਿੱਚ ਭੱਜ ਕੇ ਆ ਜਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਨੇਕ ਪਾਵਾਂ ਨਾਲ ਹਉਮੈ ਦਾ ਜੋ ਰੋਗ ਨਹੀਂ ਜਾਂਦਾ ਜੀ, ਉਹ ਰੋਗ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅਸ਼ੁੱਧ ਔਸ਼ਧੀ ਭਾਵ ਧਾਰਨ ਨਾਲ ਮਿਟ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਸਾਰਿਆਂ ਖਜ਼ਾਨਾ ਵਿੱਚੋਂ ਸ਼ੇਸ਼ ਖਜ਼ਾਨਾ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਧਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਜਾਪ ਕਰੋ ਜੀ। ਅਜਿਹਾ ਕਰਨ ਨਾਲ ਈਸ਼ਵਰੀ ਦਰਗਾਹ ਵਿੱਚ ਪ੍ਰਵਾਨਗੀ ਮਿਲਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਨੁੱਖ, ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣੇ ਮਨ ਨੂੰ ਜਾਗਰਤ ਕਰੋ ਜੀ। ਜਾਗਰਤ ਭਾਵ ਪਾਪਾਂ ਤੋਂ ਮੁਕਤ ਕਰੋ ਜੀ, ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਦਸਾਂ ਦਿਸ਼ਾਵਾਂ ਭਾਵ ਮਾਇਆਵੀ ਵਿਕਾਰਾਂ ਵਾਲਾ ਭੱਜਣ ਵਾਲਾ ਮਨ ਆਪਣੇ ਟਿਕਾਣੇ ਭਾਵ ਟਿਕ ਜਾਂਦਾ ਹੈ ਜੀ, ਭਾਵ ਸਥਿਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਉਸ ਗੁਰਮੁਖ ਨੂੰ ਮਿਲਦਾ ਹੈ ਜੀ, ਜਿਸ ਨੂੰ ਮਿਲਦਾ ਹੈ ਜੀ, ਫਿਰ ਉਸ ਨੂੰ ਕੋਈ ਵੀ ਵਿਘਨ ਨਹੀਂ ਲੱਗਦਾ ਜੀ। ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਵਸਦਾ ਹੈ ਜੀ, ਫਿਰ ਕਲਯੁਗ ਦੀ ਤੱਤੀ ਅੱਗ ਭਾਵ ਮਾਇਆਵੀ ਵਿਕਾਰ ਹਉਮੈ ਉਹਨਾਂ ਨੂੰ ਨਹੀਂ ਲੱਗਦੀ ਜੀ। ਜਦ ਕਿ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਹਰ ਪਰਮੇਸ਼ਰ ਤਰ੍ਹਾਂ ਠੰਡਾ ਸੀਤਲ ਹੈ ਜੀ, ਅਤੇ ਉਸ ਨੂੰ ਜਪ ਕੇ ਕਲਯੁਗ ਰੱਥ
ਅਗਨਕਾ ਹੋਣ ਕਰਕੇ ਭਾਵ ਅਸੀਂ ਕਲਯੁਗ ਦੀ ਮਾਇਆਵੀ ਵਿਕਾਰਾਂ ਵਿੱਚ ਉਸ ਰੱਥ 'ਤੇ ਚੜ੍ਹੇ ਹੋਏ ਹਾਂ ਜੀ। ਪਰ ਗੁਰਸ਼ਬਦ ਗੁਰਬਾਣੀ ਨਾਮ ਨੂੰ ਅੰਦਰ ਧਾਰ ਕੇ ਉਸ ਨੂੰ ਸਿਮਰ ਕੇ ਸਦਾ ਸੁੱਖ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸੰਸਾਰਿਕ ਡਰ ਭਾਵ ਮਾਇਆਵੀ ਵਿਕਾਰ ਨਸ਼ਟ ਹੋ ਜਾਂਦੇ ਹਨ ਜੀ ਅਤੇ ਮਨ ਦੀ ਆਸ ਪੂਰਨ ਹੋ ਜਾਂਦੀ ਹੈ ਜੀ ਅਤੇ ਪ੍ਰੇਮ ਭਗਤੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਆਤਮਕ ਪ੍ਰਕਾਸ਼ ਭਾਵ ਆਤਮ ਗਿਆਨ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਗੁਰਮੁਖ ਹਿਰਦੇ ਰੂਪ ਘਰ ਵਿੱਚ ਅਵਿਨਾਸ਼ੀ ਪਰਮੇਸ਼ਰ ਆ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖ ਸਾਧਕ ਸੱਚੇ ਹਨ ਜੀ ਜੋ ਵਾਸਤਵਿਕ ਭਾਵ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਆਤਮਕ ਗਿਆਨ ਤੱਤ ਸੰਬੰਧੀ ਵਿਚਾਰ ਕਰਦੇ ਹਨ ਜੀ। ਪਰ ਜੋ ਵਿਅਕਤੀ ਜੰਮਦਾ ਅਤੇ ਮਰਦਾ ਹੈ ਉਹ ਬਿਲਕੁਲ ਕੱਚਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੇਵਾ ਨਾਲ ਉਸ ਗੁਰਮੁਖ ਦਾ ਆਵਾਗਮਨ ਮਿਟ ਜਾਂਦਾ ਹੈ ਜੀ ਜੋ ਆਪਣੇ ਪਨ ਭਾਵ ਆਪਣੀ ਹਉਮੈ ਅਤੇ ਮਾਇਆਵੀ ਵਿਕਾਰਾਂ ਦੀ ਭਾਵਨਾ ਦਾ ਤਿਆਗ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰ ਦੀ ਸ਼ਰਨ ਵਿੱਚ ਪੈਂਦਾ ਹੈ ਜੀ। ਇਸ ਤਰ੍ਹਾਂ ਰਤਨ ਵਰਗੇ ਅਮੋਲਕ ਮਨੁੱਖਾ ਜਨਮ ਦਾ ਉਧਾਰ ਹੋ ਜਾਂਦਾ ਹੈ ਜੀ ਅਤੇ ਪਰਮੇਸ਼ਰ ਹਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਤੁਹਾਡੇ ਅੰਦਰ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪੋ ਜੀ ਜੋ ਕਿ ਪਰ ਸਾਡੇ ਪ੍ਰਾਣਾਂ ਦਾ ਆਧਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਸਾਰੀਆਂ ਸਿਮਰਤੀਆਂ ਸ਼ਾਸਤਰਾਂ ਅਤੇ ਵੇਦਾਂ ਨੂੰ ਵਿਚਾਰ ਕੇ ਵੇਖ ਲਵੋ ਜੀ। ਇਹ ਸਾਰਿਆਂ ਨੂੰ ਵਿਚਾਰ ਕੇ ਇਹ ਸਾਫ਼ ਹੋ ਗਿਆ ਹੈ ਜੀ ਕਿ ਹੋਰ ਭਾਵਾਂ ਨਾਲ ਮਾਇਆ ਪਰ ਵੀ ਵਿਕਾਰਾਂ ਤੋਂ ਨਹੀਂ ਬਚ ਸਕੀਦਾ ਜੀ। ਫਿਰ ਗੁਰੂ ਜੀ ਕਹਿੰਦੇ ਨੇ ਹੇ ਭਾਈ ਆਪਣਾ ਮਨ ਲਗਾ ਕੇ ਭਾਵ ਵਿਕਾਰ ਤਿਆਗ ਕੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਦੀ ਭਗਤੀ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਤੁਸੀਂ ਮਨ ਇੱਛਤ ਫਲ ਪ੍ਰਾਪਤ ਕਰ ਸਕਦੇ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੂਰਖ ਮਨ ਅੰਤ ਵੇਲੇ ਤੇਰੇ ਨਾਲ ਧਨ ਆਦਿਕ ਸੰਸਾਰਿਕ ਪਦਾਰਥ ਨਹੀਂ ਜਾਣਗੇ ਰੇ ਜੀ। ਫਿਰ ਇਹਨਾਂ ਨਾਲ ਤੂੰ ਕਿਉਂ ਲਿਪਟ ਰਿਹਾ ਹੈ ਜੀ। ਪੁੱਤਰ ਮਿੱਤਰ ਪਰਿਵਾਰ ਐਸੇ ਇਸਤਰੀ ਵਿੱਚੋਂ ਤੂੰ ਦੱਸ ਕੌਣ ਤੇਰੀ ਸਰਸਵਤੀ ਅਥਵਾ ਰੱਖਿਆ ਕਰਨ ਵਾਲਾ ਹੈ ਜੀ। ਰਾਜ ਮੌਜ ਮੇਲੇ ਅਤੇ ਮਾਇਆ ਦੇ ਖਿਲਾਰੇ ਵਿੱਚੋਂ ਦੱਸ ਕਿਸ ਦੁਆਰਾ ਤੇਰਾ ਛੁਟਕਾਰਾ ਹੋ ਸਕਦਾ ਹੈ ਜੀ। ਅਤੇ ਘੋੜੇ ਹਾਥੀ ਅਤੇ ਰੱਥ ਦੀ ਸਵਾਰੀ ਆਦਿ ਸਭ ਝੂਠਾ ਦਿਖਾਵਾ ਹੈ ਜੀ। ਇਹ ਖਿਲਾਰਾ ਕਰਨ ਵਾਲਾ ਵੀ ਝੂਠਾ ਹੈ ਜੀ। ਜਿਸ ਪਰਮੇਸ਼ਰ ਨੇ ਇਹ ਸਾਰੇ ਪਦਾਰਥ ਦਿੱਤੇ ਹਨ ਜੀ ਉਸ ਨੂੰ ਅਗਿਆਨੀ ਮੁਖ ਪਛਾਣਦਾ ਨਹੀਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਨੂੰ ਭੁਲਾ ਕੇ ਉਹ ਮਨੁੱਖ ਪਛਤਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਅਗਿਆਨੀ ਮਨੁੱਖ ਤੂੰ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੀ ਸਿੱਖਿਆ ਗ੍ਰਹਿਣ ਕਰੋ ਜੀ ਕਿਉਂਕਿ ਭਗਤੀ ਤੋਂ ਬਿਨਾਂ ਬਹੁਤ ਸਿਆਣਪਾਂ ਭਾਵ ਹੋਰ ਸਿਆਣਪਾਂ ਦੇ ਭਾਵ ਸਾਗਰ ਵਿੱਚ ਨਾ ਡੁੱਬੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨ ਦੇ ਪਿਆਰੇ ਮਿੱਤਰ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਭਗਤੀ ਕਰੋ ਜੀ ਤਾਂ ਜੋ ਤੇਰਾ ਚਿੱਤ ਹਿਰਦਾ ਨਿਰਮਲ ਹੋ ਜਾਵੇ ਜੀ। ਤੂੰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਚਰਨ ਕਮਲ ਆਪਣੇ ਹਿਰਦੇ ਵਿੱਚ ਧਾਰੋ ਜੀ। ਇਸ ਤਰ੍ਹਾਂ ਤੇਰੇ ਜਨਮ ਜਨਮਾਂਤਰਾਂ ਦੇ ਪਾਪ ਨਸ਼ਟ ਹੋ ਜਾਣਗੇ ਜੀ ਅਤੇ ਤੁਸੀਂ ਆਪ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪੋ ਅਤੇ ਹੋਰਨਾਂ ਤੋਂ ਵੀ ਨਾਮ ਜਪਵਾਓ ਜੀ ਭਾਵ ਹੋਰਨਾਂ ਨੂੰ ਵੀ ਇਸ ਨਾਲ ਲਗਾਓ ਜੀ। ਆਪਣੀ ਜਾਣ ਪਛਾਣ ਨਾਲ ਵਾਲਿਆਂ ਨੂੰ ਇਸ ਨਾਲ ਲਗਾਓ ਜੀ। ਫਿਰ ਗੁਰੂ ਜੀ ਕਹਿੰਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸੁਣਦਿਆਂ ਜਪਦਿਆਂ ਅਤੇ ਗੁਰਸ਼ਬਦ ਗੁਰਬਾਣੀ ਨਾਮ ਅਨੁਸਾਰ ਜੀਵਨ ਜਿਉਂਦਿਆਂ ਸਦਗਤ ਭਾਵ ਮੁਕਤੀ
ਪ੍ਰਾਪਤ ਕਰ ਲਵੋਗੇ ਜੀ। ਫਿਰ ਸਾਰ ਪੂਰਨ ਇਹ ਹੈ ਜੀ ਕਿ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਤ ਸਰੂਪ ਸੱਚਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਗੁਰਬਾਣੀ ਨੂੰ ਸਹਿਜ ਸੁਭਾਅ ਗੁਣ ਗਾਓ ਜੀ, ਉਸਦੇ ਗੁਣ ਗਾਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਜਗਿਆਸੂ, ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਉਸਦੇ ਗੁਣ ਗਾਉਣ ਨਾਲ ਤੇਰੇ ਮਨ ਦੀ ਮੈਲ ਉਤਰ ਜਾਂਦੀ ਹੈ ਜੀ, ਅਤੇ ਹਉਮੈ ਦੀ ਪਸਰੀ ਹੋਈ ਵਿਸ਼ ਜ਼ਹਿਰ ਨਸ਼ਟ ਹੋ ਜਾਂਦੀ ਹੈ ਜੀ, ਅਤੇ ਫਿਰ ਤੋਂ ਨਿਸ਼ਚਿੰਤ ਹੋ ਕੇ ਸੁਖਪੂਰਵਕ ਵਸੇਗਾ ਜੀ। ਇਸ ਲਈ ਤੂੰ ਸਵਾਸ ਗਰਾਸ ਹਰ ਵੇਲੇ ਹਰ ਰੋਜ਼ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨ, ਤੂੰ ਆਪਣੀਆਂ ਸਾਰੀਆਂ ਸਿਆਣਪਾਂ ਛੱਡ ਦੇ ਭਾਵ ਆਪਾ ਭਾਵ ਹਉਮੈ ਮਾਇਆਵੀ ਵਿਕਾਰਾਂ ਨੂੰ ਛੱਡ ਦੇ, ਕਿਉਂਕਿ ਸੱਚਾ ਧਨ ਗੁਰਸ਼ਬਦ ਗੁਰਬਾਣੀ ਨਾਮ ਕੇਵਲ ਗੁਰਬਾਣੀ ਰੂਪ ਸਾਧ ਸੰਗਤ ਵਿੱਚੋਂ ਮਿਲੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਪੂੰਜੀ ਇਕੱਠੀ ਕਰਕੇ ਇਸ ਦਾ ਵਪਾਰ ਕਰੋ ਜੀ। ਇਸ ਦੇ ਫਲ ਸਰੂਪ ਤੈਨੂੰ ਇੱਥੇ ਵੀ ਸੁੱਖ ਮਿਲਦਾ ਹੈ ਜੀ, ਅਤੇ ਈਸ਼ਵਰੀ ਦਰਗਾਹ ਵਿੱਚ ਵੀ ਪ੍ਰਤਿਸ਼ਠਾ ਪ੍ਰਾਪਤ ਹੋਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਆ ਸਾਰਿਆਂ ਜੀਵਾਂ ਅੰਦਰ ਨਿਰੰਤਰ ਇੱਕ ਹੋ ਪਰਮੇਸ਼ਰ ਨੂੰ ਪਰਿਪੂਰਨ ਵੇਖੋ ਜੀ, ਭਾਵ ਸਾਰਿਆਂ ਨੂੰ ਇੱਕੋ ਜਿਹਾ ਸਮਝੋ ਜੀ, ਕਿਉਂਕਿ ਹਰ ਇੱਕ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ ਜੀ, ਅਤੇ ਅਸੀਂ ਸਾਰੇ ਉਸ ਪਰਮੇਸ਼ਰ ਦੇ ਬਣਾਏ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸਭ ਵਿੱਚ ਪਰਮੇਸ਼ਰ ਵਸਦਾ ਹੈ ਜੀ, ਉਹੀ ਸਭ ਨੂੰ ਸਾਨੂੰ ਵੇਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਦੇ ਮਸਤਕ ਉੱਤੇ ਚੰਗੇ ਭਾਗ ਲਿਖੇ ਹੁੰਦੇ ਹਨ ਜੀ, ਉਹੀ ਗੁਰਸ਼ਬਦ ਗੁਰਬਾਣੀ ਨਾਮ ਦੇ ਨਾਲ ਲੱਗਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਭਾਈ, ਇੱਕੋ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਅਤੇ ਇੱਕੋ ਹੀ ਦੀ ਸਰਾਹਨਾ ਕਰੋ ਜੀ। ਇੱਕ ਨੂੰ ਹੀ ਸਿਮਰੋ ਅਤੇ ਇੱਕ ਪਰਮੇਸ਼ਰ ਹਰ ਨੂੰ ਹੀ ਆਪਣੇ ਮਨ ਵਿੱਚ ਉਸ ਦੀ ਹੀ ਚਾਹਨਾ ਕਰੋ ਜੀ। ਇੱਕ ਅਨੰਤ ਭਾਵ ਬੇਅੰਤ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਗੁਣਾਂ ਦਾ ਗਾਇਨ ਕਰੋ। ਮਨ ਅਤੇ ਤਨ ਦੁਆਰਾ ਇੱਕ ਪਰਮੇਸ਼ਰ ਨੂੰ ਰੂਪ ਗੁਰਸ਼ਬਦ ਗੁਰਬਾਣੀ ਨਾਮ ਨੂੰ ਜਪੋ ਜੀ, ਉਸ ਇੱਕ ਨੂੰ ਜਪੋ ਜੀ। ਇੱਕ ਕੇਵਲ ਇੱਕ ਪਰਮੇਸ਼ਰ ਆਪ ਹੀ ਹੈ ਜੀ। ਉਹ ਪਰਮੇਸ਼ਰ ਇੱਕ ਅੱਗੇ ਵੀ ਸੀ ਜੀ, ਅੱਗੇ ਹੋਵੇਗਾ ਵੀ ਜੀ, ਅਤੇ ਪੂਰਨ ਪਰਮੇਸ਼ਰ ਸਭ ਵਿੱਚ ਵਿਆਪਕ ਹੈ ਜੀ, ਭਾਵ ਸਾਰੇ ਜੀਆਂ ਜਨਤਾਂ ਵਿੱਚ ਵਿਆਪਕ ਹੈ ਜੀ। ਉਸ ਇੱਕ ਪਰਮੇਸ਼ਰ ਤੋਂ ਸ੍ਰਿਸ਼ਟੀ ਦੇ ਅਨੇਕ ਵਿਸਤਾਰ ਹੋਂਦ ਵਿੱਚ ਆਏ ਹਨ ਜੀ, ਅਤੇ ਉਸ ਇੱਕ ਨੂੰ ਗੁਰਸ਼ਬਦ ਗੁਰਬਾਣੀ ਨਾਮ ਨੂੰ ਆਰਾਧਨ ਨਾਲ ਸਾਰੇ ਪਾਪ ਵਿਕਾਰ ਮਾਇਆ ਹਉਮੈ ਚਲੀ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਮਨੁੱਖ ਦੇ ਮਨ ਅਤੇ ਤਨ ਵਿੱਚ ਇੱਕ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਵਸਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਮਾਇਆਵੀ ਵਿਕਾਰ ਖਤਮ ਕਰਕੇ ਅਤੇ ਗੁਰੂ ਦੀ ਕਿਰਪਾ ਨਾਲ, ਜੇ ਅਗਰ ਗੁਰੂ ਦੀ ਮਿਹਰ ਫਿਰ ਉਹਨਾਂ ਤੇ ਹੋ ਜਾਵੇ ਜੀ, ਫਿਰ ਉਸ ਇੱਕ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਜੀ। ਇਸ ਅਸ਼ਟਪਦੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਅਸ਼ਟਪਦੀ ਵਿੱਚ ਗੁਰੂ ਜੀ ਦੱਸਦੇ ਹਨ ਕਿ ਸੰਸਾਰ ਵਿੱਚ ਆਇਆ ਮਨੁੱਖ ਮਾਇਆਵੀ ਵਿਕਾਰਾਂ ਵਿੱਚ ਹੀ ਜੀਵਨ ਬਤੀਤ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਧਨ ਤੋਂ ਬਿਨਾਂ ਧਨ ਪਦਾਰਥ ਨਾਲ ਨਹੀਂ ਜਾਂਦੇ ਜੀ। ਇਸ ਲਈ ਇਹ ਧਨ ਸੰਚੇ ਹੋਵੇ ਭਗਵੰਤ ਦਾ ਨਿਰਮਲ ਉਪਦੇਸ਼ ਦਿੰਦੇ ਹਨ ਜੀ ਕਿ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਇਸ ਦੀ ਭਗਤੀ ਨਾਲ
ਮਨੁੱਖ ਸ੍ਰੇਸ਼ਟ ਸਾਧਕ ਬਣ ਜਾਂਦਾ ਹੈ ਜੀ। ਅਤੇ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਉਸ ਦੇ ਹਿਰਦੇ ਵਿੱਚ ਵਿਕਾਰ ਖਤਮ ਹੋ ਕੇ ਗੁਰੂ ਰੂਪ ਬਾਣੀ ਦੇ ਸਾਰੇ ਗੁਣ ਸਮਾ ਜਾਂਦੇ ਹਨ ਜੀ, ਅਤੇ ਉਸ ਦੇ ਕਰਮ ਉੱਤਮ ਹੋ ਜਾਂਦੇ ਹਨ ਜੀ, ਅਤੇ ਮਾਇਆਵੀ ਵਿਕਾਰਾਂ ਦੀ ਮੈਲ ਧੁੱਪ ਜਾਂਦੀ ਹੈ ਜੀ, ਭਾਵ ਖਤਮ ਹੋ ਜਾਂਦੀ ਹੈ ਜੀ, ਪਾਪ ਨਸ਼ਟ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਪਵਿੱਤਰ ਹੋਏ ਮਨ ਵਿੱਚ ਹਰ ਤਰ੍ਹਾਂ ਦੀ ਭਟਕਣਾ ਦੂਰ ਹੋ ਜਾਂਦਾ ਹੈ ਜੀ, ਅਤੇ ਫਿਰ ਗੁਰੂ ਦੀ ਕਿਰਪਾ ਨਾਲ ਹਿਰਦੇ ਵਿੱਚ ਸਥਾਈ ਤੌਰ 'ਤੇ ਪਰਮੇਸ਼ਰ ਵਸਦਾ ਹੈ ਜੀ, ਭਾਵ ਗੁਰਮੁਖ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।